ਬਿਸਮਿਲ੍ਲਾਹਿਰਰਹਿਮਾਨਿਰਰਹੀਮ ਵੈਲਕਮ ਕਰਦਾ ਜੀ ਤੁਹਾਨੂੰ ਆਪਣੇ YouTube ਚੈਨਲ ਕਾਸ਼ੀ ਮੋਬਾਈਲ ਤੇ। ਅੱਜ ਤੁਹਾਡੇ ਲਈ ਇੱਕ ਨਵੀਂ ਸਕੀਮ ਦੀ ਅਪਡੇਟ ਲੈ ਕੇ ਆਏ ਹਾਂ, ਜਿਹਦੇ ਵਿੱਚ ਜਿਹੜੇ ਸਟੂਡੈਂਟ ਨੇ ਔਰ ਜਿਹੜੇ ਜੌਬ ਹੋਲਡਰ ਨੇ ਉਹਨਾਂ ਨੂੰ ਗਵਰਨਮੈਂਟ ਦੀ ਤਰਫੋਂ ਸਕੂਟੀਆਂ ਦਿੱਤੀਆਂ ਜਾ ਰਹੀਆਂ ਨੇ। ਬਹੁਤ ਅੱਛੀ ਸਕੀਮ ਦਾ ਅਨਾਉਂਸਮੈਂਟ ਹੋਈ ਹੈ, ਉਹਦੀ ਵੀ ਡਿਟੇਲ ਤੁਹਾਨੂੰ ਦੇਵਾਂਗੇ। ਅਪਲਾਈ ਕਰਨ ਦਾ ਤਰੀਕਾ ਵੀ ਬਹੁਤ ਆਸਾਨ ਹੈ, ਤੁਹਾਨੂੰ ਉਹਦਾ ਲਿੰਕ ਵੀ ਦੇਵਾਂਗੇ ਇਨਸ਼ਾਅੱਲਾ, ਆਪਣੇ ਡਿਸਕ੍ਰਿਪਸ਼ਨ ਵਿੱਚ ਵੀ ਪਾ ਦੇਵਾਂਗਾ ਤੇ ਕੋਸ਼ਿਸ਼ ਕਰਾਂਗਾ ਸਕਰੀਨ ਤੇ ਵੀ ਸ਼ੋਅ ਕਰਵਾ ਦਿਆਂ। ਪਹਿਲੇ ਉਹ ਦੱਸਣ ਤੋਂ ਪਹਿਲੇ ਤੁਹਾਨੂੰ ਦੱਸਾਂਗਾ AKC ਆਸਾਨ ਕਾਰੋਬਾਰ ਕਾਰਡ ਦੇ ਜਿਹੜੇ ਮਸਾਇਲ ਤੁਸੀਂ ਬਾਰ-ਬਾਰ ਸਵਾਲ ਕਰ ਰਹੇ ਨੇ, ਅਗਰ ਤੁਸੀਂ ਅੱਜ ਦੀ ਵੀਡੀਓ ਮੁਕੰਮਲ ਦੇਖ ਲੋਗੇ ਤੁਹਾਨੂੰ ਹਰ ਸਵਾਲ ਦਾ ਜਵਾਬ ਤੁਹਾਡੀ ਇਸ ਵੀਡੀਓ 'ਚ ਮਿਲ ਜਾਏਗਾ। ਸਭ ਤੋਂ ਜ਼ਿਆਦਾ ਜਿਹੜਾ ਸਵਾਲ ਹੋ ਰਿਹਾ ਉਹ ਹੋ ਰਿਹਾ ਜੀ, ਸਾਡਾ ਬੈਂਕ ਆਫ ਪੰਜਾਬ ਨੇ ਸਾਨੂੰ ਰਿਜੈਕਟ ਕਰਤਾ ਹੈ। ਆਇਆ ਕਿ ਅਸੀਂ ਕਿਸੇ ਬੈਂਕ 'ਚੋਂ ਲੋਨ ਵੀ ਨਹੀਂ ਲਿਆ, ਕਿਸੇ ਪ੍ਰਾਈਵੇਟ ਐਪ ਤੋਂ ਵੀ ਲੋਨ ਨਹੀਂ ਲਿਆ, ਤੇ ਫਿਰ ਸਾਨੂੰ ਕਿਉਂ ਰਿਜੈਕਟ ਕੀਤਾ ਗਿਆ। ਇਹਦਾ ਆਸਾਨ ਜਿਹਾ ਸਿੰਪਲ ਜਿਹਾ ਤਰੀਕਾ ਹੈ, ਤੁਸੀਂ ਪਲੇ ਸਟੋਰ ਤੋਂ ਜਾ ਕੇ ਤਸਦੀਕ ਐਪ ਡਾਊਨਲੋਡ ਕਰੋ, ਉਹਦੇ ਤੇ ਆਪਣਾ ਅਕਾਊਂਟ ਬਣਾਓ। 199 ਰੁਪਈਸ ਲੱਗਣਗੇ ਤੁਹਾਨੂੰ ਤੁਹਾਡੀ ਰਿਪੋਰਟ ਮਿਲ ਜਾਏਗੀ ਤੁਸੀਂ ਕਿਸ ਵਜ੍ਹਾ ਤੋਂ ਬੈਂਕ ਕਰਪਟ ਹੋਏ ਹੋ। ਅੱਛਾ, ਬੈਂਕ ਆਫ ਪੰਜਾਬ ਕੱਲਾ ਬੈਂਕ ਕਰਪਟ ਹੋਣ ਦੀ ਇਹ ਰੀਜ਼ਨ ਨਹੀਂ ਦਿੰਦਾ ਕਿ ਤੁਸੀਂ ਕਿਸੇ ਐਪ ਤੋਂ ਜਾਂ ਕਿਸੇ ਬੈਂਕ ਤੋਂ ਲੋਨ ਲਿਆ ਇਸ ਵਜ੍ਹਾ ਤੋਂ ਬੈਂਕ ਕਰਪਟ ਹੋ। ਇਹਦੇ ਵਿੱਚ ਕੁਝ ਹੋਰ ਵਜੂਹਾਤ ਵੀ ਨੇ। ਇਹ ਤੁਹਾਨੂੰ ਰਿਜੈਕਟ ਕਰਨ ਦੀ ਜਿਹੜੀ ਵਜੂਹਾਤ ਦਿੰਦਾ ਉਹਦੇ ਵਿੱਚ ਇੱਕ ਇਹ ਵਜ੍ਹਾ ਵੀ ਦੱਸਦਾ ਹੈ ਕਿ ਤੁਸੀਂ ਆਪਣੀ ਇਨਕਮ ਥੋੜੀ ਲਿਖੀ ਹੈ। ਯਾਨੀ ਕਿ ਤੁਸੀਂ ਅਗਰ ਆਪਣੀ ਇਨਕਮ ਲਿਖ ਦਿੱਤੀ ਹੈ 80,000 ਰੁਪਏ ਤੇ 50,000 ਰੁਪਏ ਅਖਰਾਜਾਤ ਲਿਖ ਦਿੰਦੇ ਤੇ 10 ਲੱਖ ਦੀ ਡਿਮਾਂਡ ਕਰ ਰਹੇ ਹੋ ਬੈਂਕ ਨੂੰ, ਤੇ ਬੈਂਕ ਨੂੰ ਵੀ ਸਮਝ ਆਉਂਦੀ ਹੈ ਕਿ 10 ਲੱਖ ਰੁਪਈਆ ਇਹਨਾਂ ਨੂੰ ਦੇਵਾਂਗਾ ਤੇ 30,000 ਰੁਪਈਆ ਇਹਨਾਂ ਕੋਲ ਟੋਟਲ ਬਚਣ ਦਿਆ ਮਹੀਨੇ ਬਾਅਦ, ਇਹ ਮੇਰੀ ਇੰਸਟਾਲਮੈਂਟ ਕਿੱਥੋਂ ਦੇਣਗੇ। ਇਹ ਵੀ ਵਜ੍ਹਾ ਹੈਗੀ ਹੈ ਬੈਂਕ ਆਫ ਪੰਜਾਬ ਦੀ ਰਿਜੈਕਸ਼ਨ ਦੀ। ਤੇ ਇਸ ਤੋਂ ਬਾਅਦ ਕੁਝ ਨਾਦਰਾ ਦੀ ਵਜੂਹਾਤ ਵੀ ਹੈਗੀਆਂ ਨੇ। ਨਾਦਰਾ 'ਚ ਜਿਹੜਾ ਬੰਦਾ ਵੈਰੀਫਾਈ ਹੋ ਕੇ ਆ ਜਾਂਦਾ ਹੈ, ਲੇਕਿਨ ਬੈਂਕ ਆਫ ਪੰਜਾਬ ਉਹਨੂੰ ਰਿਜੈਕਟ ਕਰ ਦਿੰਦਾ ਔਰ ਰੀਜ਼ਨ ਇਹੀ ਦਿੰਦਾ ਜੀ ਅਸੀਂ ਨਹੀਂ ਕੀਤਾ, ਨਾਦਰਾ ਦੀ ਵਜ੍ਹਾ ਤੋਂ ਤੁਹਾਡਾ ਰਿਜੈਕਟ ਹੋਇਆ। ਉਹਦੇ 'ਚੋਂ ਦੱਸਦੇ ਨੇ ਜੀ ਤੁਸੀਂ ਡੇਟ ਆਫ ਇਸ਼ੂ ਜਾਂ ਡੇਟ ਆਫ ਐਕਸਪਾਇਰੀ ਸ਼ਨਾਖਤੀ ਕਾਰਡ ਦੀ ਗਲਤ ਲਿਖੀ ਹੈ, ਇਸ ਵਜ੍ਹਾ ਤੋਂ ਤੁਹਾਨੂੰ ਰਿਜੈਕਟ ਕੀਤਾ ਗਿਆ। ਜਦਕਿ ਉਹ ਨਾਦਰਾ ਨੂੰ ਕਰਨਾ ਚਾਹੀਦਾ, ਲੇਕਿਨ ਬੈਂਕ ਆਫ ਪੰਜਾਬ ਵੀ ਇਹ ਵਜ੍ਹਾ ਦੇ ਰਿਹਾ ਹੈ। ਅਸੀਂ ਇਹ ਹੈਲਪਲਾਈਨ ਤੋਂ ਪੁੱਛ ਕੇ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਅੱਛਾ, ਕੁਝ ਲੋਕ ਨਾਦਰਾ ਤੋਂ ਰਿਜੈਕਟ ਹੋਣ ਦੇ ਬਾਅਦ ਉਹਦੀ ਵਜੂਹਾਤ ਪੁੱਛ ਰਹੇ ਹੁੰਦੇ ਨੇ ਜੀ ਅਸੀਂ ਨਾਦਰਾ ਤੋਂ ਰਿਜੈਕਟ ਹੋ ਗਏ, ਜਦਕਿ ਮੈਂ ਪਹਿਲੇ ਕਈ ਵੀਡੀਓ ਦੱਸ ਚੁੱਕਿਆ ਵਾਂ ਜਿਹੜਾ ਬੰਦਾ ਨਾਦਰਾ ਤੋਂ ਜਾਂ PMD ਤੋਂ, ਸਿਮ ਵੈਰੀਫਿਕੇਸ਼ਨ ਤੋਂ ਜਾਂ ਐਕਸਾਈਜ਼ ਤੋਂ, ਇਹਨਾਂ 3 ਆਪਸ਼ਨਾਂ ਤੋਂ ਰਿਜੈਕਟ ਹੋਇਆ, ਉਹ ਫੌਰੀ ਤੌਰ ਤੇ ਆਪਣੀ ਉਸ ਆਪਸ਼ਨ ਨੂੰ ਕਲੀਅਰ ਕਰ ਲਿਆ। ਮਸਲਨ ਜਿਹੜਾ ਐਕਸਾਈਜ਼ ਤੋਂ ਹੋਇਆ ਉਹਨੇ ਕਿਸੇ ਆਪਣੀ ਗੱਡੀ ਦੇ ਟੋਕਨ ਟੈਕਸ ਪੇ ਕਰਨੇ ਆ, ਉਹ ਆਪਣੇ ਟੋਕਨ ਟੈਕਸ ਪੇ ਕਰਦੇ। ਜਿਹੜਾ ਨਾਦਰਾ ਤੋਂ ਹੋਇਆ ਉਹਦੀ ID ਕਾਰਡ ਅਪਡੇਟ ਨਹੀਂ ਹੋਣਾ ਜਾਂ ਐਕਸਪਾਇਰੀ ਹੋਣਾ ਜਾਂ ਉਹਦੇ ਫਿੰਗਰਪ੍ਰਿੰਟ ਅਪਲੋਡ ਨਹੀਂ ਹੋਏ ਹੋਣੇ, ਉਹ ਫੌਰੀ ਤੌਰ ਤੇ ਨਾਦਰਾ ਦੇ ਆਫਿਸ ਜਾ ਕੇ ਆਪਣੇ ਫਿੰਗਰ ਅਪਲੋਡ ਕਰਵਾ ਲਏ ਜਾਂ ਸ਼ਨਾਖਤੀ ਕਾਰਡ ਨੂੰ ਆਪਣੇ ਨੂੰ ਨਵੇਂ ਲਈ ਅਪਲਾਈ ਕਰਦੇ, ਜਾਂ ਜਿਹੜਾ ਵੀ ਰੀਜ਼ਨ ਉਹਨਾਂ ਨੇ ਦਿੱਤੀ ਹੈ ਉਸ ਰੀਜ਼ਨ ਨੂੰ ਦੂਰ ਕਰ ਦੇ। ਜਿਹੜਾ ਵੀ ਉਹਦਾ ਮਸਲਾ ਹੈਗਾ ਐਕਸਪਾਇਰੀ ਹੈ ਤੇ ਉਹਨੂੰ ਨਵਾਂ ਬਣਵਾ ਲੈ, ਇਹ ਆਟੋਮੈਟਿਕਲੀ ਇਹ ਹੱਲ ਹੋ ਜਾਏਗਾ ਮਸਲਾ ਤੁਹਾਡਾ। ਤੇ ਜਿਨ੍ਹਾਂ ਦਾ ਸਿਮ ਦਾ ਮਸਲਾ ਹੈ ਉਹਨਾਂ ਨੇ ਜਿਹੜਾ ਸਿਮ ਨੰਬਰ ਦਿੱਤਾ ਹੈ, ਮਸਲਨ ਉਹਨਾਂ ਨੇ ID ਕਾਰਡ ਆਪਣੇ ਤੇ ਅਪਲਾਈ ਕੀਤਾ, ਸਿਮ ਦਾ ਨੰਬਰ ਜਿਹੜਾ ਦਿੱਤਾ ਹੈ ਉਹ ਆਪਣੇ ਵਾਲਦ ਸਾਹਿਬ ਜਾਂ ਭਾਈ ਦੇ ਨਾਮ ਦੀ ਸਿਮ ਦਾ ਦੇ ਦਿੱਤਾ ਹੈ, ਉਹ ਫੌਰੀ ਤੌਰ ਤੇ ਉਸ ਸਿਮ ਨੂੰ ਆਪਣੇ ਨਾਮ ਤੇ ਟ੍ਰਾਂਸਫਰ ਕਰਵਾ ਲੈਣ। ਜਾਂ ਜਿਨ੍ਹਾਂ ਦੀ ਆਲਰੇਡੀ ਉਹਨਾਂ ਦੇ ਆਪਣੇ ਨਾਮ ਦੇ ਸਿਮ ਆ ਫਿਰ ਵੀ ਉਹਨਾਂ ਦਾ ਸਿਮ ਵੈਰੀਫਿਕੇਸ਼ਨ ਦਾ ਮਸਲਾ ਆਇਆ, ਉਹ ਇੱਕ ਵਾਰੀ ਜਾ ਕੇ ਸਿਮ ਨੂੰ ਆਪਣੀ ਅਪਡੇਟ ਕਰਵਾ ਲੈਣ ਜਾਂ ਸਿਮ ਡੁਪਲੀਕੇਟ ਕਢਵਾ ਲੈਣ, ਉਹਨਾਂ ਦਾ ਮਸਲਾ ਹੱਲ ਹੋ ਜਾਏਗਾ। ਇਹਦੇ ਹੋ ਗਏ ਤੁਹਾਡੇ ਮੇਨ ਜੇ 3 ਸਵਾਲ ਜਿਹੜੇ ਤੁਸੀਂ ਬਾਰ-ਬਾਰ ਪੁੱਛ ਰਹੇ ਹੁੰਦੇ ਹੋ। ਚੌਥਾ ਸਭ ਤੋਂ ਅਹਿਮ ਸਵਾਲ ਹੁੰਦਾ ਹੈ ਕਿ ਜੀ ਸਾਡੀ ਐਪਲੀਕੇਸ਼ਨ ਦੇ ਸਟੇਟਸ ਪੇਡ ਸ਼ੋ ਹੋ ਰਿਹਾ ਹੈ, ਅੱਜ 20 ਦਿਨ ਹੋ ਗਏ ਨੇ, 30 ਦਿਨ ਹੋ ਗਏ ਨੇ, ਕੁਝ ਵੀ ਅੱਗੇ ਨਹੀਂ ਹੋ ਰਿਹਾ, ਕੀ ਮਸਲਾ ਹੈ, ਇਹ ਕੀ ਹੋਏਗਾ ਸਾਡਾ, ਕੀ ਬਣੇਗਾ ਸਾਡਾ। YouTube ਦੇ ਉੱਤੇ ਸਾਰਿਆਂ ਤੋਂ ਪਹਿਲੇ ਮੈਂ ਇਸ ਚੀਜ਼ ਨੂੰ ਅਨਾਉਂਸ ਕੀਤਾ ਸੀ ਕਿ ਗਵਰਨਮੈਂਟ ਆਫ ਪੰਜਾਬ ਨੇ 31 ਮਾਰਚ ਲਾਸਟ ਡੇਟ ਦਿੱਤੀ ਸੀ, ਇਸ ਲਈ ਇਸ ਤੋਂ ਅੱਗੇ ਅਪਲਾਈ ਨਾ ਕਰੋ, ਕੋਈ ਫਾਇਦਾ ਨਹੀਂ ਹੈ। ਲੇਕਿਨ ਮੇਰੀ ਗੱਲ ਨੂੰ ਲਾਈਟਲੀ ਲਿਆ ਗਿਆ। ਕਾਫੀ ਜ਼ਿਆਦਾ ਯੂਟਿਊਬਰਾਂ ਨੇ ਕਿਹਾ ਕਿ ਨਹੀਂ ਜੀ ਅਪਲਾਈ ਹੋ ਰਿਹਾ, ਤੁਸੀਂ ਅਪਲਾਈ ਕਰਦੇ ਜਾਓ। ਤੁਸੀਂ ਵੀ ਇੱਕ ਉਮੀਦ ਸੀ ਤੁਹਾਡੇ ਅੰਦਰ ਤੇ ਤੁਸੀਂ ਵੀ ਅਪਲਾਈ ਕਰਦੇ ਰਹੇ। ਅੱਛਾ, ਮੇਰੇ ਕੋਲ ਵੀ ਇਹਦੀ 100% ਸ਼ੋਰ ਮਾਲੂਮਾਤ ਨਹੀਂ ਸੀ ਹੈਗੀਆਂ, ਲੇਕਿਨ ਕਾਫੀ ਹੱਦ ਤੱਕ ਮੈਂ ਤੁਹਾਨੂੰ ਬਾਹਰ ਦੱਸਣ ਦਿਆ ਸੀ ਕਿ ਮੈਨੂੰ 80% ਯਕੀਨ ਆ ਕਿ ਇਹ ਡੇਟ ਐਕਸਪਾਇਰ ਹੋ ਚੁੱਕੀ ਹੈ, ਤੁਸੀਂ ਨਾ ਅਪਲਾਈ ਕਰੋ। ਲੇਕਿਨ ਤੁਸੀਂ ਅਪਲਾਈ ਕਰਦੇ ਰਹੇ। ਪਰ ਹੁਣ ਦੇਖੋ 25 ਮਾਰਚ ਤੋਂ ਬਾਅਦ ਜਿਨ੍ਹਾਂ ਨੇ ਵੀ ਅਪਲਾਈ ਕੀਤਾ ਉਹਨਾਂ ਦਾ ਸਟੇਟਸ ਅਪਲੋਡ ਨਹੀਂ ਹੋਇਆ ਹਜੇ ਤੱਕ, ਉੱਥੇ ਹੀ ਐਪਲੀਕੇਸ਼ਨ ਖੜੀ ਹੈ, ਕੋਈ ਉਹਦੇ ਤੇ ਵਰਕ ਨਹੀਂ ਹੋਇਆ, ਕੋਈ ਕੁਝ ਨਹੀਂ ਹੋਇਆ। ਅਗਰ ਬੈਕਗਰਾਉਂਡ ਦੇ ਵਰਕ ਹੋ ਰਿਹਾ ਤੇ ਵੈਬਸਾਈਟ ਦੇ ਉੱਤੇ ਅਪਲੋਡ ਨਹੀਂ ਹੋਇਆ। ਲੇਕਿਨ ਤੁਸੀਂ ਉਮੀਦ ਰੱਖੋ, ਹੁਣ ਜਿਹੜੀ ਹੈਲਪਲਾइन ਦੇ ਸਾਡੀ ਗੱਲ ਹੋਈ, मैं ਤੁਹਾਨੂੰ रिकॉर्डिंग सुनाना, मैं कि पहले रिकॉर्डिंग सुन लो। अस्सलाम वालेकुम, हेल्पलाइन की जानिब से नम्रा बात कर रही हूँ जी, फरमाइए क्या रहनुमाई कर सकती हूँ। मैम मैंने इन्फॉर्मेशन लेनी थी कि इस यानी आसान कारोबार कार्ड के लिए लास्ट डेट क्या है अप्लाई करने की, अभी चल रही है या आसान कारोबार की आज लास्ट डेट थी, आज के बाद आज भी आप अप्लाई नहीं कर सकते उसमें। यानी इसका मतलब है कि 18 तारीख लास्ट डेट है। अस्सलाम वालेकुम, हुकूमत पंजाब के आसान कारोबार से मोहम्मद अवैस बात कर रहा हूँ जी, फरमाइए। वालेकुम सलाम सर, हमने इन्फॉर्मेशन लेनी थी, हमने अप्लाई करना चाह रहे हैं आसान कारोबार कार्ड में, तो इस वक्त अप्लाई हो रहा है या डेट खत्म हो चुकी है? अभी हो रहा है अप्लाई आपका? क्या अभी नाम है आपका? उस्मान जावेद। तो मैं ये पूछ रहा हूँ, मैं अप्लाई हो रहा है।
वो आगे मैंने दोपहर को कॉल की है, वो कह रहे हैं डेट खत्म हो गई है। नहीं तो किसने बोला आपको सर डेट खत्म हो गई? सबका सर मेरे पास रिकॉर्डिंग है, आपके ही नुमाइंदे ने बोला है, एक दफा लड़के ने बोला और एक दफा मिसिज यानी वो लेडीज थी। ਤੇ ਤੁਸੀਂ ਰਿਕਾਰਡਿੰਗ ਸੁਣ ਲਈ। ਇਹਦੇ ਵਿੱਚ ਇੱਕ ਜਗ੍ਹਾ ਤੇ ਕਹਿ ਰਿਹਾ ਹੈ 18 ਅਪ੍ਰੈਲ ਲਾਸਟ ਡੇਟ ਆ, ਦੂਸਰੀ ਦਫਾ ਜਦੋਂ ਕਾਲ ਕੀਤੀ ਉਹ ਕਹਿ ਰਿਹਾ ਨਹੀਂ ਜੀ ਕੋਈ ਲਾਸਟ ਡੇਟ ਨਹੀਂ, ਤੁਸੀਂ ਅਪਲਾਈ ਕਰ ਲਓ। ਇਸ ਤੋਂ ਜ਼ਾਹਿਰ ਹੁੰਦਾ ਕਿ ਹੈਲਪਲਾਈਨ ਵਾਲਿਆਂ ਕੋਲ ਵੀ 100% ਕਨਫਰਮ ਮਾਲੂਮਾਤ ਨਹੀਂ ਹੈਗੀ। ਹੈਲਪਲਾਈਨ ਦੇ ਵੀ ਜਿਹੜੇ ਬੰਦੇ ਬਿਠਾਏ ਨੇ ਮੇਰੇ ਵਾਂਗੂ ਕੰਮ ਲਈ ਬਿਠਾਏ ਹੋਏ ਨੇ, ਲੇਕਿਨ ਮੇਰਾ ਜਿੱਥੇ ਤੱਕ ਹਜੇ ਵੀ ਮੇਰੀ ਖਬਰ ਸੀਗੀ ਜਦੋਂ ਮੈਂ ਦਿੱਤੀ ਸੀਗੀ, ਮੈਨੂੰ ਮਾਲੂਮਾਤ ਜਿਹੜੀ ਮਿਲੀ ਸੀ 31 ਮਾਰਚ ਲਾਸਟ ਡੇ ਸੀ। ਉਸ ਤੋਂ ਬਾਅਦ ਕਿਸੇ ਵੀ ਐਪਲੀਕੇਸ਼ਨ ਦੇ ਵਰਕ ਨਹੀਂ ਹੋਇਆ, ਕੰਮ ਅਪਲੋਡ ਨਹੀਂ ਹੋਇਆ। ਅਗਰ ਹੋ ਗਿਆ ਤੇ ਤੁਹਾਡੇ ਨਸੀਬ, ਨਾ ਹੋਇਆ ਤੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਮਾਸੂਆਏ ਵੇਟ ਤੋਂ। ਇਸ ਲਈ ਇਹ ਸਵਾਲ ਨੂੰ ਬਾਹਰ ਨਾ ਪੁੱਛਿਆ ਕਰੋ ਕਿ ਸਾਡਾ ਸਟੇਟਸ ਪੇਡ ਆ ਰਿਹਾ, ਇਹਦਾ ਕੀ ਬਣੇਗਾ? ਕੁਝ ਵੀ ਨਹੀਂ ਬਣੇਗਾ। ਅਗਰ ਬਾਕੀਆਂ ਦਾ ਹੋਇਆ ਵਰਕ ਤਾਂ ਤੁਹਾਡਾ ਵੀ ਹੋਏਗਾ, ਜੇ ਨਾ ਹੋਇਆ ਤੇ ਸਾਰੇ ਨਾਲ ਹੀ ਆ। ਪੰਜਵਾਂ ਸਵਾਲ ਸਾਡਾ ਇਹ ਵਾ ਕਿ ਸਾਡੇ ਜੀ ਚਾਰੇ ਟਿਕ ਲੱਗ ਚੁੱਕੇ ਨੇ, ਲੇਕਿਨ ਸਾਨੂੰ ਕਾਰਡ ਹਜੇ ਤੱਕ ਕਿਉਂ ਨਹੀਂ ਮਿਲਿਆ? ਇੰਨੇ ਦਿਨ ਹੋ ਗਏ ਨੇ, ਇੰਨੇ ਦਿਨ ਗੁਜ਼ਰ ਗਏ ਨੇ ਸਾਡੇ ਟਿਕ ਹੋਏ ਨੂੰ, ਲੇਕਿਨ ਸਾਨੂੰ ਹਜੇ ਤੱਕ ਕਾਰਡ ਰਿਸੀਵ ਨਹੀਂ ਹੋਇਆ। ਉਹਦਾ ਸਿੰਪਲ ਜਿਹਾ ਜਵਾਬ ਹੈ ਕਿ ਸਾਡੇ ਇਲਾਕੇ ਜਿਹੜਾ TCS ਦਾ ਦਫ਼ਤਰ ਹੈ, ਮੈਂ ਉਹਨਾਂ ਨਾਲ ਰਾਬਤੇ 'ਚ, ਮੈਂ ਉਹਨਾਂ ਕੋਲ ਪੁੱਛਦਾ ਰਹਿੰਦਾ ਵਾਂ ਕਿ ਅੱਜ ਦੀ ਡੇਟ 'ਚ ਕਿੰਨੇ ਕਾਰਡ ਆਏ ਨੇ, ਅੱਜ ਦੀ ਡੇਟ 'ਚ ਕਿੰਨੇ ਕਾਰਡ ਆਏ ਨੇ। ਤੇ ਕੱਲ ਤੱਕ ਜਿਹੜਾ ਉਹਨਾਂ ਦਾ ਜਵਾਬ ਸੀ ਮੈਨੂੰ ਪਿਛਲੇ 20 ਦਿਨਾਂ ਦਾ, ਕਿ 20 ਦਿਨਾਂ ਦੇ ਵਿੱਚ ਸਿਰਫ 3 ਕਾਰਡ ਆਏ ਨੇ, ਤਕਰੀਬਨ 20 ਦਿਨਾਂ ਦੇ ਵਿੱਚ। ਤੇ ਅੱਜ ਦੇ ਦਿਨ ਜਿਹੜਾ ਮੈਂ ਪੁੱਛਿਆ, ਅੱਜ ਦੇ ਦਿਨ ਤਕਰੀਬਨ 30 ਤੋਂ 35 ਕਾਰਡ ਸਾਡੇ ਚੌਕ ਮੁੰਡੇ ਤਹਿਸੀਲ ਚੌਕ ਸਰਵਰ ਸ਼ਹੀਦ ਦੇ ਵਿੱਚ ਆਏ ਨੇ, ਜਿਹੜੇ ਲੋਕਾਂ ਨੂੰ ਉਹਨਾਂ ਨੇ ਮੈਸੇਜ ਕੀਤੇ ਨੇ ਕਿ ਤੁਹਾਡੇ ਕਾਰਡ ਆ ਗਏ ਨੇ। ਇਹਦਾ ਮਤਲਬ ਇਹ ਵਾ ਕਿ ਪਿਛਲੇ 20-25 ਦਿਨ ਤੋਂ ਕੰਮ ਸਲੋ ਹੋਇਆ ਸੀ, ਜਾਂ ਬੈਕਗਰਾਉਂਡ ਦੇ ਕੰਮ ਹੋ ਰਿਹਾ ਸੀਗਾ, ਕਾਰਡ ਬਣ ਰਹੇ ਸੀ ਲੇਕਿਨ ਸਪਲਾਈ ਨਹੀਂ ਸੀ ਦਿੱਤੀ ਜਾ ਰਹੀ। ਹੁਣ ਕਾਰਡ ਉਹਨਾਂ ਨੇ ਸਪਲਾਈ ਕਰਨੇ ਸ਼ੁਰੂ ਕਰਤੇ ਨੇ ਦੁਬਾਰਾ। ਇਹਦਾ ਮਤਲਬ ਆ ਚੰਦ ਦਿਨਾਂ ਦੇ ਵਿੱਚ ਤੁਹਾਨੂੰ ਕਾਰਡ ਮਿਲ ਜਾਏਗਾ। ਇਹ ਤੁਹਾਡੇ ਇਸ ਸਵਾਲ ਦਾ ਜਵਾਬ ਵੀ ਹੋ ਗਿਆ ਕਿ ਜਿਨ੍ਹਾਂ ਦੇ ਚਾਰੇ ਟਿਕ ਹੋ ਚੁੱਕੇ ਨੇ। ਹੁਣ ਆਉਂਦੇ ਆ ਨਵੀਂ ਸਕੀਮ ਦੀ ਤਰਫ। ਜਿਹੜੀ ਨਵੀਂ ਸਕੀਮ ਤੁਹਾਨੂੰ ਮੈਂ ਸ਼ੁਰੂ ਵਿੱਚ ਦੱਸਿਆ ਕਿ ਨਵੀਂ ਸਕੀਮ ਵੀ ਲਾਂਚ ਹੋਈ ਹੈ, ਇੱਕ ਨਵੀਂ ਸਕੀਮ ਲਾਂਚ ਹੋਈ ਹੈ, ਉਹਦਾ ਨਾਮ ਹੈ ਜੀ ਪਿੰਕ EV ਸਕੂਟੀ ਸਕੀਮ। EV ਸਕੂਟੀ ਸਕੀਮ। ਅੱਛਾ ਜੀ, ਇਹਦੇ ਵਿੱਚ ਉਹਨਾਂ ਨੇ ਸ਼ਰਾਇਤ ਕੁਝ ਰੱਖੀਆਂ ਨੇ, ਉਹ ਇਹ ਨੇ ਡਰਾਈਵਿੰਗ ਲਾਇਸੈਂਸ ਹੋਣਾ ਜ਼ਰੂਰੀ ਹੈ ਤੁਹਾਡੇ ਕੋਲ, ਤੁਸੀਂ ਜੌਬ ਹੋਲਡਰ ਜਾਂ ਸਟੂਡੈਂਟ ਹੋਣਾ ਜ਼ਰੂਰੀ ਹੋ, ਔਰ ਇਹਦੇ ਵਿੱਚ ਜਿਹੜਾ ਦਰਖਾਸਤ ਦੇਗਾ, ਅਪਲਾਈ ਕਰੇਗਾ, ਉਹਨਾਂ ਦੀ ਬਾਅਦ 'ਚੋਂ ਕੁੜਾਅੰਦਾਜ਼ੀ ਹੋਏਗੀ। ਕੁੜਾਅੰਦਾਜ਼ੀ ਦੇ ਵਿੱਚ ਉਹਨਾਂ ਨੂੰ ਸਕੂਟੀਆਂ ਜਿਨ੍ਹਾਂ ਦੀ ਨਿਕਲਣਗੀਆਂ ਉਹਨਾਂ ਨੂੰ ਸਕੂਟੀਆਂ ਦਿੱਤੀਆਂ ਜਾਣਗੀਆਂ, ਲੇਕਿਨ ਸਕੂਟੀ ਦੇਣ ਤੋਂ ਪਹਿਲੇ ਉਹਨਾਂ ਦਾ ਡਰਾਈਵਿੰਗ ਟੈਸਟ ਵੀ ਹੋਏਗਾ। ਅਗਰ ਉਹ ਡਰਾਈਵਿੰਗ ਟੈਸਟ ਪਾਸ ਕਰਨਗੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਸਕੂਟੀ ਮਿਲੇਗੀ। ਉਹਦੇ ਸ਼ਰਤ ਉਹਨਾਂ ਨੇ ਇਹ ਰੱਖੀ ਹੈ ਕਿ 7 ਸਾਲ ਤੱਕ ਤੁਸੀਂ ਸਕੂਟੀ ਨਾ ਵੇਚ ਸਕਦੇ ਹੋ, ਨਾ ਤੁਸੀਂ ਸੇਲ ਕਰ ਨਾ ਤੁਸੀਂ ਕਿਸੇ ਨੂੰ ਦੇ ਸਕਦੇ ਹੋ। ਤੇ ਇਹ ਜਿਹੜੀ ਸਕੀਮ ਹੈ ਇਹ ਗਵਰਨਮੈਂਟ ਆਫ ਸਿੰਧ ਨੇ ਦਿੱਤੀ ਹੈ। ਇਹਦੇ ਵਿੱਚ ਅਪਲਾਈ ਕਰਨ ਲਈ ਸਿੰਧ ਦਾ ਡੋਮਿਸਾਈਲ ਹੋਣਾ ਜ਼ਰੂਰੀ ਹੈ। ਇਸ ਤੋਂ ਬਗੈਰ ਤੁਸੀਂ ਅਪਲਾਈ ਨਹੀਂ ਕਰ ਸਕਦੇ, ਯਾਨੀ ਕਿ ਪੰਜਾਬ ਦੇ ਜਾਂ KPK ਦੇ ਲੋਕ ਇਹਦੇ 'ਚ ਅਪਲਾਈ ਨਹੀਂ ਕਰ ਸਕਦੇ, ਬਲੋਚਿਸਤਾਨ ਦੇ। ਇਹਦੇ ਵਿੱਚ ਸਿਰਫ ਸਿੰਧ ਦੇ ਲੋਕ ਅਪਲਾਈ ਕਰ ਸਕਦੇ ਨੇ। ਜਿਵੇਂ AKCC ਕਿ ਆਸਾਨ ਕਾਰੋਬਾਰ ਕਾਰਡ ਸਿਰਫ ਪੰਜਾਬ ਦੇ ਲੋਕ ਅਪਲਾਈ ਕਰ ਸਕਦੇ ਸੀ, ਉਵੇਂ ਹੀ ਬਿਲਕੁਲ ਇਹ ਪਿੰਕ EV ਸਕੂਟੀ ਹੈ, ਇਹਦੇ ਵਿੱਚ ਸਿਰਫ ਸਿੰਧ ਦੇ ਲੋਕ ਅਪਲਾਈ ਕਰ ਸਕਦੇ ਨੇ। ਇਹ ਸਿੰਧ ਗਵਰਨਮੈਂਟ ਨੇ ਇਹ ਸਕੀਮ ਦਿੱਤੀ ਹੈ, ਔਰ ਇਹਦਾ ਅਪਲਾਈ ਕਰਨ ਦਾ ਤਰੀਕਾ ਵੀ ਉਹਨਾਂ ਨੇ ਵੀ ਨਿਹਾਇਤ ਆਸਾਨ ਔਰ ਅੱਛਾ ਤਰੀਕਾ ਰੱਖਿਆ। ਔਰ ਇਹ ਉਹਨਾਂ ਨੇ ਡਰਾਈਵਿੰਗ ਲਾਇਸੈਂਸ ਔਰ ਡਰਾਈਵਿੰਗ ਟੈਸਟ ਦੀ ਜਿਹੜੀ ਸ਼ਰਤ ਰੱਖੀ ਹੈ, ਇਹ ਸਭ ਤੋਂ ਅੱਛੀ ਸ਼ਰਤ ਆ। ਇਹਦਾ ਮੈਂ ਲਿੰਕ ਦੇ ਦਿਆਂਗਾ ਡਿਸਕ੍ਰਿਪਸ਼ਨ ਵਿੱਚ ਵੀ, ਕੋਸ਼ਿਸ਼ ਕਰਾਂਗਾ ਸਕਰੀਨ ਤੇ ਵੀ ਸ਼ੋਅ ਕਰਾ ਦਿਆਂ। ਸਿੰਧ ਦੇ ਜਿੰਨੇ ਵੀ ਲੋਕ ਸੁਣਨ ਵਾਲੇ ਨੇ ਉਹ ਇਸ ਸਕੀਮ ਲਈ ਲਾਜ਼ਮੀ ਅਪਲਾਈ ਕਰਨ। ਇਹਦੇ 'ਚ ਕੋਈ ਨਹੀਂ ਹੈ, ਕੋਈ ਇਸ਼ੂ ਨਹੀਂ ਹੈ, ਆਸਾਨ ਤਰੀਕਾ ਅਪਲਾਈ ਕਰਨ ਦਾ, ਉਹ ਇਹਦੇ 'ਤੇ ਅਪਲਾਈ ਕਰ ਸਕਦੇ ਨੇ। ਲੇਕਿਨ ਇਹਦੇ ਲਈ ਸਿੰਧ ਦਾ ਡੋਮਿਸਾਈਲ ਹੋਣਾ ਤੁਹਾਡੇ ਕੋਲ ਜ਼ਰੂਰੀ ਹੈ। ਅੱਛਾ, ਹੁਣ ਆਉਂਦੇ ਹਾਂ ਅਸੀਂ ਆਪਣੇ ਸਾਬਕਾ ਵੀਡੀਓ ਦੇ ਸਵਾਲਾਤ ਦੀ ਤਰਫ, ਜਿਹਦੇ ਵਿੱਚ ਕਮੈਂਟ ਸੈਕਸ਼ਨ ਦੇ ਵਿੱਚ ਜਿਹੜੇ ਮੁਖਤਲਿਫ ਸਵਾਲਾਤ ਪੁੱਛੇ ਗਏ ਨੇ। ਕਾਫੀ ਦੋਸਤਾਂ ਨੇ ਕਾਫੀ ਕਮੈਂਟਸ ਕੀਤੇ ਹੋਏ ਨੇ, ਬਹੁਤ ਪਿਆਰੇ ਪਿਆਰੇ ਦੋਸਤ ਨੇ। ਸਭ ਤੋਂ ਪਹਿਲਾ ਕਮੈਂਟ ਹੈ ਅਬਦੁੱਲਾ ਦਾ, ਮਾਸ਼ਾਅੱਲਾ ਬਹੁਤ अच्छी इन्फॉर्मेशन है, शुक्रिया अब्दुल्ला भाई। उस तो बाद जी कमेंट है सिकंदर भट्टी दा, भाई शुरू में मैंने अप्लाई कर दिया था, मुझे बहुत ज़रूरत थी और अल्हम्दुलिल्लाह उस वक्त मुझे 10 लाख के ही आया। चलो जी मुबारक हो अब्दुल्ला भाई, ਤੁਹਾਨੂੰ 10 ਲੱਖ ਦਾ ਕਾਰਡ ਸ਼ੁਰੂ ਤੋਂ ਅਪਲਾਈ ਕੀਤਾ। ਜਿਨ੍ਹਾਂ ਨੇ ਵੀ ਕੀਤਾ ਸੀ ਤਕਰੀਬਨ ਉਹਨਾਂ ਨੂੰ ਸਾਰਿਆਂ ਨੂੰ ਕਾਰਡ ਮਿਲ ਗਿਆ, ਜਿਨ੍ਹਾਂ ਨੇ ਸਟਾਰਟਅਪ ਵਿੱਚ ਅਪਲਾਈ ਕੀਤਾ ਸੀ। ਉਸ ਟਾਈਮ ਦਰਖਾਸਤਾਂ ਥੋੜ੍ਹੀਆਂ ਸੀ, ਇਸ ਲਈ ਉਹਨਾਂ ਨੂੰ ਸਭ ਨੂੰ ਕਾਰਡ ਮਿਲ ਗਿਆ। ਇਸ ਤੋਂ ਬਾਅਦ ਬਲਾਲ ਚੌਧਰੀ ਦਾ ਕਮੈਂਟ ਹੈ ਜੀ, ਗ੍ਰੇਟ ਇਨਫੋਰਮੇਸ਼ਨ, शुक्रिया जनाब। ਇਸ ਤੋਂ ਬਾਅਦ ਜੀ नवीद हुसैन ਦਾ कमेंट है, अस्सलाम वालेकुम काशी भाई, 5 दिन से मेरी CNSA एक्साइज और वेरिफिकेशन शो हो रही है, बाकी 2 की ऑप्शन शो नहीं हो रही। भाई जान मैं दस चुकिया वा, ਇਹਦੇ ਵਿੱਚ ਸਿਰਫ ਤੁਸੀਂ ਇੰਤਜ਼ਾਰ ਕਰੋ, ਤੁਹਾਡਾ ਵਰਕ ਹੋ ਰਿਹਾ। ਜੇ 2 ਵੈਰੀਫਿਕੇਸ਼ਨਾਂ ਸ਼ੋ ਹੋ ਗਈਆਂ ਨੇ, ਤੀਸਰੀ ਵੀ ਸ਼ੋ ਹੋ ਜਾਏਗੀ, ਚੌਥੀ ਵੀ ਹੋ ਜਾਏਗੀ। ਅਗਰ ਤੁਸੀਂ ਐਪਲੀਕੇਸ਼ਨ ਸਹੀ ਪੁਰ ਕੀਤੀ ਹੋਏਗੀ, ਤੁਸੀਂ ਬੈਂਕ ਕਰਪਟ ਨਹੀਂ ਹੋਗੇ ਔਰ ਆਪਣੀ ਆਮਦਨ ਸਹੀ ਲਿਖੀ ਹੋਏਗੀ, ਬੈਂਕ ਆਫ ਪੰਜਾਬ ਦੇ ਵੀ ਤੁਸੀਂ ਸਿਲੈਕਟ ਹੋ ਜਾਓਗੇ, ਓਕੇ ਹੋ ਜਾਓਗੇ यानी कि। अच्छा जी, अब्दुल क्यूम साढ़े रेगुलर वीवर ने, माशाल्लाह जी, मुझे कार्ड मिल गया, 1,90,000 मंजूर हुआ, बहुत मुबारक होए तुहानू। लेकिन मैं अपनी गल दे कायम हाँ, मैं पहले एक वीडियो च गल कर चुके हैं। 1,90,000 या 2 ਲੱਖ 3 ਲੱਖ देने का कोई फायदा नहीं गवर्नमेंट नूं। गवर्नमेंट जानबूझ के सानू मकरूज कर रही है।
ਅਗਰ ਦੇਣਾ ਤੇ ਪੂਰਾ 10 ਲੱਖ ਦੇਵੇ, ਨਹੀਂ ਦੇਣਾ ਤੇ ਉਹਨੂੰ ਰਿਜੈਕਟ ਕਰ ਦੇਵੇ। ਚੰਦ ਇੱਕ ਨੂੰ 10 ਬੰਦਿਆਂ 'ਚ 2 ਬੰਦਿਆਂ ਨੂੰ ਦੇ ਲਵੇ, ਲੇਕਿਨ 10 ਲੱਖ ਪੂਰਾ ਦੇਵੇ ਤਾਂ ਕਿ ਉਹਨਾਂ 2 ਬੰਦਿਆਂ ਦਾ ਫਾਇਦਾ ਹੋਵੇ। 2-3 ਲੱਖ ਨਾਲ ਆਪਣੀ ਦੁਕਾਨ ਦੇ ਵਿੱਚ ਇਨਵੈਸਟ ਕਰੋ, ਪਤਾ ਵੀ ਨਹੀਂ ਲੱਗਦਾ 2-3 ਲੱਖ ਦਾ, ਉਲਟਾ ਅਸੀਂ ਮਕਰੂਜ਼ ਹੋ ਜਾਾਂਗੇ, ਉਲਟਾ ਸਾਡੇ ਤੇ ਬਟਨ ਬਣ ਜਾਏਗਾ। AKC ਆਸਾਨ ਕਾਰੋਬਾਰ ਕਾਰਡ ਦੇ ਸਾਰੇ ਫਾਇਦੇ ਨਹੀਂ, ਇਹਦੇ ਨੁਕਸਾਨਾਤ ਵੀ ਬਹੁਤ ਨੇ। ਮੈਂ ਇਹਦੇ ਨੁਕਸਾਨਾਤ ਵੀ ਤੁਹਾਡੇ ਤੇ ਦੱਸਾਂਗਾ ਤੁਹਾਨੂੰ। अच्छा जी, फिर कमेंट है जी वकार यूनस मेरा सेक्शन लोड 2 KB है, कितनी प्लेट देंगे भाईजान? सैक्शन लोड तो 2 KB है। आसान कारोबार कार्ड ते नवी स्कीम दे उधर नहीं है, सोलर दे वीडियो नहीं है, लेकिन तुहाडा अगर तुसीं अप्लाई किया होया, तुहाडा मंजूर हो गया, तुहानूं 1 KB भी मिल जाए, 2 KB भी मिल जाए, तुहाडे लई बेनीफिट ही है, नुकसान तो नहीं है ना। तुहानूं दुआ करो बस मिल जाए, जो भी मिल जाए। मैं इस चीज़ दा कि गौरमेंट कोलों लवो, जो मिलता लवो। ਇਹ ਸਾਡਾ ਖੂਨ ਪਸੀਨੇ ਦੀ ਕਮਾਈ ਹੈ, ਸਾਡਾ ਟੈਕਸ ਦੀ ਕਮਾਈ ਹੈ, ਇਹ ਆਪ ਨੂੰ ਜੇਬੂ ਨਹੀਂ ਦੇ ਰਹੇ। ਮੈਂ ਸਿਆਸਤ ਦੇ ਗੁਫ਼ਤਗੂ ਨਹੀਂ ਕਰਦਾ, ਲੇਕਿਨ ਮੈਂ ਨੂਨ ਲੀਗ ਤੋਂ ਜਿੰਨਾ ਤੱਪਿਆ ਕੋਈ ਵੀ ਨਹੀਂ ਤੱਪਿਆ ਹੈਗਾ। अच्छा जी, डॉक्टर मोहम्मद अली बलोच, मेरी हेल्पलाइन पर बात हुई है, रिजेक्शन की वजह कह रहे हैं कि आपने अखराजा ज़्यादा लिखे हैं और आमदन कम लिखी, इस वजह से रिजेक्ट हुए हैं। इसका हल पूछा तो कोई अपडेट नहीं, ना ही हुकूमत ने कोई अपडेट दी है। मैं पहले दस चुकिया, मैं पहले वीडियो भी दसिया कि इस दे बैंक ऑफ पंजाब तो जो रिजेक्ट हो गया उसका कोई हल दिता ही नहीं है, उन्होंने खत्म करता, यानी कि बैंक ऑफ पंजाब ने जो रिजेक्ट करता वो खत्म। एक राजा शफीक भाई ने काफ़ी लंबा कमेंट किया है, आपकी वीडियो देखता हूँ और लाइक भी करता हूँ, मेरा भी BOP वाला ऑप्शन रिजेक्ट हो गया। 99% उम्मीद थी कि मैं ओके हो जाऊंगा, कोई लोन भी नहीं लिया, हर चीज़ ओके थी। इस बात पर रिजेक्ट हुई कि मैंने इनकम 80,000 लिखी थी। 80,000 वाले वाकई ही रिजेक्ट हुए हैं, काफ़ी दोस्त रिजेक्ट हुए हैं 80,000 वाले। जिसने मंथली 2-3 लाख कमाना लिखा हुआ है उसको क्या ज़रूरत है कि वो लोन ले, जिसकी आमदन कम है उसको ज़रूरत है। यही सच है कि झूठ ही जीत जाता है। भाईजान तुसी पाकिस्तान रहंदे हो, मैं तुहाडा दुख समझदा। इन्होंने आसान कारोबार कार्ड नाम दिता सी, लेकिन इन्होंने बहुत मुश्किल करता। बहरहाल मैं तुहानूं एंड ते एक गल कहांगा, गौरमेंट ऑफ पंजाब ने यह स्कीम शुरू की सी अपना इमेज दुरुस्त करने लई। गौरमेंट ऑफ पंजाब ने यानी कि नून लीग की गौरमेंट है, इन्होंने अपना इमेज बनाने लिए स्कीम शुरू की थी कि लोगों साड़ी डिस्कशन होएगी, लोग साड़ी तारीफ करेंगे, लोगों को असी कुछ पैसे देंगे तो साड़ी बहुत तारीफ होएगी, बहुत बल्ले बल्ले होएगी। लेकिन इन्हों का ये पॉइंट भी उल्टा हो गया, क्योंकि हर एक हकीकत है कि एक मनसूबा इंसान बनाता है, एक मनसूबा वो जात बनाती है, और होंदा वही है जो वो जात बनाती है मनसूबा। तो इन्हों की भी एक गेम उल्टी पै गई। इन्होंने जो काम किया अपना इमेज दुरुस्त करने लिए, वो इन्हों का इमेज होर ज़्यादा खराब हो गया, क्योंकि इन्होंने बहुत ज़्यादा लोगों ने ज्यादती की। इन्होंने सही मैनी से हकीक नहीं की कि असी सही मैनी जोड़े हकदार ने उन्होंने लोन दईए। इन्होंने इस चीज़ को मद्देनज़र रखा, जी पहले दरखास्त आ गई उन्होंने फटाफट लोन दे के अपना नाम बनाने की कोशिश की, और उदों इन्हों का नाम बन गया। लेकिन लोगों ने जो एप्लीकेशन दित्तियां देनियां दोबारा शुरू की, यानी कि एक बंदे नूं पहले यकीन ही नहीं सी यार गौरमेंट सानूं की दिंदी है, कुछ भी नहीं दिंदा, साडा एक आम जिहा कंसैप्ट है साडे जे डिस्कस होंदा है। लेकिन जो देखिया मेरे सज्जे पासे वाले बंदे या खब्बे पासे वाले बंदे लोन मिल गया, फिर मेरी भी उम्मीद जागी, मेरे भी लालच जागी, जरूरत जागी, कुछ भी जागया। मैं कहा चलो यार 500 रुपये दरखास्त दे दो, जो मिल गया तो काम बन जाएगा साडा भी। लेकिन इस चक्कर दे विच जदों दरखास्तां ज़्यादा होईयां, उन्होंने छोटी छोटी गल तो भी रिजेक्ट करना शुरू करता, जबकि उही गल्लां वालियां नूं पहले पास कर चुके सी। उहदी वजह तो इन्हां दे खिलाफ नफरत वधी, ਜਿਹੜਾ ਇਹਨਾਂ ਨੇ ਇਮੇਜ ਦੁਰਸਤ ਕਰਨਾ ਸੀ ਉਹ ਇਮੇਜ ਹੋਰ ਇਹਨਾਂ ਦਾ ਖਰਾਬ ਹੋ ਗਿਆ। ਜੇ 100 ਬੰਦਿਆਂ ਨੇ ਅਪਲਾਈ ਕੀਤਾ ਸੀ, ਵਿੱਚੋਂ 10 ਬੰਦਿਆਂ ਨੂੰ ਕਾਰਡ ਮਿਲਿਆ, ਉਹ 10 ਦੇ ਅੱਗੇ ਤੇ ਇਮੇਜ ਦੁਰਸਤ ਹੋ ਗਿਆ। 90 ਬੰਦਿਆਂ ਨੇ ਇਮੇਜ ਇਹਨਾਂ ਦਾ ਖਰਾਬ ਉਹਨਾਂ ਦੇ ਵਿੱਚ ਮਜ਼ੀਦ ਹੋ ਗਿਆ। ਇਜਾਜ਼ਤ ਚਾਹੁੰਦਾ, ਵੀਡੀਓ ਪਸੰਦ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ, ਤੇ ਵੀਡੀਓ ਪੂਰੀ ਦੇਖਿਆ ਕਰੋ। ਹਰ ਪੁਆਇੰਟ ਤੇ ਗੱਲ ਹੁੰਦੀ ਹੈ, लेकिन तुसी वीडियो शार्ट देखते हो, उस तो बाद तुहानूं दोबारा सवालात करने पैंदे ने। और जे मैं WhatsApp दे जवाब ना दा, मैनूं खुद नूं अच्छा नहीं लगता कि यार एक बंदे ने बड़ी उम्मीद दे नाल मैनूं मैसेज कीता, मैं इहनूं जरूरी जवाब दिया। थोड़ी जी देर सवेर होंदी है जवाब देने दी, और नाराज़ ना होया करो, माफ़ी दे दिया करो। अल्लाह हाफिज़, फ़ी अमान अल्लाह, पाकिस्तान जिंदाबाद।